ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਦਨ ਨਗਰ ਦਾ ਰਾਜਾ ਚੰਦਨ ਸਿੰਘ ਬਹੁਤ ਹੀ ਪਰਾਕਰਮੀ ਤੇ ਸ਼ਕਤੀਸ਼ਾਲੀ ਰਾਜਾ ਸੀ। ਉਸ ਦੇ ਰਾਜ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਉਹ ਧਨ ਪੱਖੋਂ ਪੂਰਨ ਰਾਜ ਸੀ। ਰਾਜੇ ਦੀ ਪ੍ਰਸਿੱਧੀ ਬੜੇ ਦੂਰ ਦੂਰ ਤੱਕ ਫੈਲੀ ਹੋਈ ਸੀ। ਇੱਕ ਦਿਨ ਚੰਦਨ ਨਗਰ ਦੇ ਵਿੱਚ ਇੱਕ ਸੰਤ ਜੀ ਪਧਾਰੇ। ਉਹਨਾਂ ਦਾ ਨਾਮ ਭੱਦਰਸ਼ੀਲ ਸੀ। ਉਹਨਾਂ ਬਾਰੇ ਵੀ ਪ੍ਰਸਿੱਧ ਸੀ ਕਿ ਉਹ ਜੇ ਕਿਸੇ ਬਾਰੇ ਕੋਈ ਭਵਿੱਖਬਾਣੀ ਕਰਦੇ ਨੇ ਤੇ ਉਹ ਗਲਤ ਨਹੀਂ ਹੋ ਸਕਦਾ। ਉਹ ਲੋਕਾਂ ਦਾ ਭਵਿੱਖ ਸਹੀ ਸਹੀ ਤਰੀਕੇ ਨਾਲ ਦੱਸ ਸਕਦੇ ਨੇ। ਉਹ ਨਗਰ ਦੇ ਬਾਹਰ ਜੰਗਲ ਦੇ ਇੱਕ ਕੋਨੇ ਦੇ ਵਿੱਚ ਇੱਕ ਛੋਟੀ ਜਿਹੀ ਕੁਟੀਆ ਦੇ ਵਿੱਚ ਆਪਣੇ ਚੇਲਿਆਂ ਕੋਲੇ, ਆਪਣੇ ਚੌਲ ਵਾਲਿਆਂ ਕੋਲੇ ਰੁਕੇ। ਉਹਨਾਂ ਨੂੰ ਵੀ ਇੱਛਾ ਹੋਈ ਕਿ ਉਸ ਰਾਜੇ ਦੇ ਦਰਸ਼ਨ ਕਰਨ ਜਿਹਦੀ ਪ੍ਰਸਿੱਧੀ ਦੂਰ ਦੂਰ ਤੱਕ ਹੈ। ਐਡਾ ਸਿਆਣਾ ਤੇ ਸ਼ਕਤੀਸ਼ਾਲੀ ਰਾਜਾ। ਉਹਨਾਂ ਨੇ ਉਸ ਰਾਜੇ ਨੂੰ ਮਿਲਣ ਦੀ ਇੱਛਾ ਆਪਣੇ ਪਿਆਰਿਆਂ ਦੇ ਕੋਲੇ ਵਿਅਕਤ ਕੀਤੀ ਤੇ ਉਹਨਾਂ ਕਿਹਾ ਕਿ ਚਲੋ ਆਪਾਂ ਅਗਲੇ ਦਿਨ ਜਾ ਕੇ ਰਾਜ ਮਹਿਲ ਹੋ ਆਉਂਦੇ ਹਾਂ। ਰਾਜ ਦਰਬਾਰ ਗਏ ਤਾਂ ਰਾਜੇ ਨੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ। ਬਹੁਤ ਵਧੀਆ ਉਹਨਾਂ ਦੀ ਆਓ ਭਗਤ ਕੀਤੀ। ਸਾਰਾ ਦਿਨ ਉਹਨਾਂ ਨੇ ਬਿਹਤਰੀਨ ਤਰੀਕੇ ਨਾਲ ਰਾਜੇ ਦੇ ਨਾਲ ਬਿਤਾਇਆ। ਜਦੋਂ ਜਾਣ ਦਾ ਵੇਲਾ ਹੋਇਆ, ਰਾਜ ਦਰਬਾਰ ਤੋਂ ਵਾਪਸੀ ਦਾ ਵੇਲਾ ਹੋਇਆ, ਤਾਂ ਰਾਜੇ ਨੇ ਜੋਤਸ਼ੀ ਦੇ ਅੱਗੇ ਕੁਝ ਹੀਰੇ ਜਵਾਹਰਾਤ ਲੈ ਜਾਂਦੇ ਤੇ ਉਹਨਾਂ ਨੂੰ ਉਹ ਦੇ ਕੇ ਉੱਥੋਂ ਵਿਦਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਸੰਤ ਨੇ, ਫਕੀਰ ਨੇ, ਜੋਤਸ਼ੀ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੈਂ ਸਿਰਫ ਆਪਣੇ ਭਾਗਾਂ ਦਾ ਖਾਨਾ ਹੈ। ਮੈਂ ਕਿਸੇ ਰਾਜੇ ਦੀ, ਕਿਸੇ ਵੱਡੇ ਇਨਸਾਨ ਦੀ ਦੌਲਤ ਮੈਨੂੰ ਅਮੀਰ ਨਹੀਂ ਬਣਾ ਸਕਦੀ। ਇਸ ਕਰਕੇ ਮੈਂ ਇਹ ਦੌਲਤ ਲੈ ਨਹੀਂ ਸਕਦਾ, ਸਵੀਕਾਰ ਨਹੀਂ ਕਰ ਸਕਦਾ। ਰਾਜੇ ਨੇ ਕਿਹਾ ਠੀਕ ਹੈ ਮਹਾਰਾਜ, ਪਰ ਮੈਨੂੰ ਇਹ ਸਮਝਾ ਦਿਓ ਕਿ ਇਸ ਗੱਲ ਤੋਂ ਤੁਹਾਡਾ ਤਾਤਪਰ ਕੀ ਹੈ, ਇਸ ਤੋਂ ਮਤਲਬ ਕੀ ਨਿਕਲਦਾ ਹੈ। ਤਾਂ ਉਹ ਸੰਤ ਫਕੀਰ ਜੀ ਕਹਿਣ ਲੱਗੇ ਕਿ ਕੋਈ ਵੀ ਵਿਅਕਤੀ ਆਪਣੀ ਮਿਹਨਤ ਦੇ ਨਾਲ ਅਮੀਰ ਗਰੀਬ ਹੋ ਸਕਦਾ ਹੈ। ਰਾਜੇ ਦੀ ਦਿੱਤੀ ਹੋਈ ਦੌਲਤ ਦੇ ਨਾਲ ਕੋਈ ਬੰਦਾ ਅਮੀਰ ਗਰੀਬ ਨਹੀਂ ਹੋ ਸਕਦਾ। ਰਾਜੇ ਨੂੰ ਇਹ ਗੱਲ ਸੁਣ ਕੇ ਗੁੱਸਾ ਵੀ ਆਇਆ, ਕ੍ਰੋਧ ਵੀ ਆਇਆ। ਉਹ ਕਹਿਣ ਲੱਗਾ ਕਿ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਹੋ ਜਾਣਾ, ਪਰ ਮੈਂ ਇਸ ਗੱਲ ਦੇ ਉੱਪਰ ਮੈਂ ਮੰਨ ਕੇ ਰਾਜੀ ਨਹੀਂ। ਇਸ ਗੱਲ ਨੂੰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਚਾਹਾਂ ਜਿਸ ਨੂੰ ਮੈਂ ਉਸ ਨੂੰ ਅਮੀਰ ਕਰ ਸਕਦਾ, ਮੈਂ ਜਿਸ ਨੂੰ ਚਾਹਾਂ ਉਸ ਨੂੰ ਗਰੀਬ ਕਰ ਸਕਦਾ। ਇਸ ਤਰ੍ਹਾਂ ਕਰੋ, ਮੈਂ ਤੁਹਾਡੇ ਅੱਗੇ ਕੋਈ 10 ਬੰਦੇ ਲਿਆ ਕੇ ਖੜੇ ਕਰ ਦਿੰਦਾ, ਤੁਸੀਂ ਉਹਨਾਂ ਦੇ ਹੱਥ ਵੇਖ ਲਓ। ਜਿਹਦਾ ਹੱਥ ਤੁਹਾਨੂੰ ਲੱਗਦਾ ਹੈ ਦੇਖ ਕੇ ਕਿ ਇਹ ਸਾਰੀ ਉਮਰ ਗਰੀਬ ਰਹੇਗਾ, ਮੈਨੂੰ ਸਾਲ ਨੂੰ ਆ ਕੇ ਮਿਲ ਲਿਓ, ਮੈਂ ਉਸ ਨੂੰ ਅਮੀਰ ਕਰ ਦਿਆਂਗਾ। ਜੋ ਤੁਸੀਂ ਕਹਿੰਦੇ ਹੋ ਮੈਂ ਉਲਟਾ ਕਰਕੇ ਦਿਖਾ ਸਕਦਾ। ਇਹ ਗੱਲ ਰਾਜੇ ਨੇ ਕਹੀ। ਹੁਣ ਉਹ ਸੰਤ ਫਕੀਰ ਜੀ ਕਹਿੰਦੇ ਕਿ ਵੈਸੇ ਤੇ ਮੈਂ ਕਿਸੇ ਦੇ ਨਾਲ ਉਲਝਣ ਨਹੀਂ ਚਾਹੁੰਦਾ, ਮੈਂ ਕਿਸੇ ਦੇ ਨਾਲ ਬਹਿਸਣਾ ਨਹੀਂ ਚਾਹੁੰਦਾ, ਪਰ ਮੈਂ ਤੁਹਾਡਾ ਇਹ ਵਹਿਮ ਜ਼ਰੂਰ ਦੂਰ ਕਰ ਦੇਣਾ ਚਾਹੁੰਦਾ। ਉਹ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਕਰੋ, ਬੁਲਾ ਲਓ ਬੰਦੇ, ਮੈਂ ਹੱਥ ਦੇਖਾਂਗਾ ਤੇ ਮੈਂ ਤੁਹਾਨੂੰ ਦੱਸ ਦਿਆਂਗਾ। ਹੁਣ ਰਾਜੇ ਨੇ ਆਪਣੇ ਵਜ਼ੀਰ ਦੇ ਕੰਨ ਵਿੱਚ ਕੁਛ ਕਿਹਾ ਤੇ 15-20 ਮਿੰਟਾਂ ਬਾਅਦ ਉੱਥੇ ਇੱਕ ਪਹਿਨਿਆ ਪਚਰਿਆ ਹੋਇਆ, ਚੰਗੇ ਕੱਪੜੇ ਪਾਏ, ਚੰਗੇ ਹੀਰੇ ਜਵਾਹਰਤ ਪਾਇਆ ਹੋਇਆ ਇੱਕ ਇਨਸਾਨ ਆ ਕੇ ਖੜਾ ਹੋ ਗਿਆ। ਉਸ ਸੰਤ ਫਕੀਰ ਨੇ ਉਸ ਦਾ ਮੱਥਾ ਦੇਖਿਆ, ਹੱਥ ਦੇਖਿਆ ਤੇ ਕਹਿੰਦੇ ਕਿ ਇਹ ਸਾਰੀ ਉਮਰ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਹੈ। ਇਹ ਗਰੀਬੀ ਦੇ ਵਿੱਚ ਜੰਮਿਆ ਤੇ ਇਸ ਨੇ ਗਰੀਬੀ ਦੇ ਵਿੱਚ ਹੀ ਇਹਦਾ ਅੰਤ ਹੋਣਾ ਹੈ। ਇਹ ਖੇਤਾਂ ਦੇ ਵਿੱਚ ਰਹਿਣ ਵਾਲਾ ਬੰਦਾ ਹੈ, ਖੇਤਾਂ ਦੇ ਵਿੱਚ ਹੀ ਇਹਦਾ ਦਿਲ ਲੱਗਦਾ ਹੈ। ਇਹ ਜਿੰਨਾ ਕਿ ਇਹਨੂੰ ਇਹ ਜਿੰਨੀ ਕੁ ਮਿਹਨਤ ਕਰਦਾ ਹੈ ਉਨੀ ਕਿਤੇ ਪਿੱਟ ਪੱਲੇ ਪੈ ਜਾਂਦੀ ਹੈ, ਆਈ ਚਲਾਈ ਉਸਦੀ ਹੋਈ ਜਾਂਦੀ ਹੈ, ਪਰ ਇਹ ਜ਼ਿੰਦਗੀ ਭਰ ਗਰੀਬ ਹੀ ਰਹੇਗਾ, ਅਮੀਰ ਨਹੀਂ ਹੋ ਸਕਦਾ। ਰਾਜਾ ਚੰਦਨ ਸਿੰਘ ਨੇ ਸਾਰੀ ਗੱਲਬਾਤ ਸੁਣੀ, ਸੁਣ ਕੇ ਹੈਰਾਨ ਹੋ ਗਏ। ਕਹਿੰਦੇ ਆਪ ਠੀਕ ਕਹਿੰਦੇ ਹੋ, ਇਹ ਸੱਜਿਆ ਧੱਜਿਆ ਨੌਜਵਾਨ ਮਹਿਲ ਦੇ ਰਾਜਸੀ ਵਸਤਰ ਪਾ ਕੇ ਆਇਆ, ਪਰ ਸੱਚਾਈ ਤੇ ਇਹ ਹੈ ਕਿ ਇਹ ਮਹਿਲ ਦੇ ਬਾਗਾਂ ਵਿੱਚ ਕੰਮ ਕਰਨ ਵਾਲਾ, ਸਾਡੇ ਖੇਤਾਂ ਨੂੰ ਦੇਖਣ ਵਾਲਾ ਇੱਕ ਮਾਲੀ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਗੁਰੂਦੇਵ, 1 ਸਾਲ ਬਾਅਦ ਤੁਸੀਂ ਮੈਨੂੰ ਆ ਕੇ ਮਿਲਿਓ। 1 ਸਾਲ ਬਾਅਦ ਇਹ ਗਰੀਬ ਨਹੀਂ ਰਹਿ ਸਕਦਾ, ਉਦੋਂ ਤੱਕ ਇਹ ਅਮੀਰ ਹੋ ਗਿਆ ਹੋਵੇਗਾ। ਸੰਤ ਫਕੀਰ ਨੂੰ ਸਮਝ ਆ ਗਈ ਕਿ ਰਾਜਾ ਨਹੀਂ ਬੋਲ ਰਿਹਾ, ਹੁਣ ਰਾਜੇ ਦਾ ਕਮਾਂਡ ਬੋਲ ਰਿਹਾ, ਪਰ ਉਹਨਾਂ ਨੇ ਅੱਗੋਂ ਉਹੋ ਜਿਹਾ ਕੋਈ ਉੱਤਰ ਨਹੀਂ ਦਿੱਤਾ। ਉਹ ਕਹਿੰਦੇ ਕਿ ਠੀਕ ਹੈ ਭਾਈ, ਤੁਸੀਂ ਅਜਮਾ ਲਵੋ, ਮੈਨੂੰ ਆਗਿਆ ਦਿਓ, ਹੁਣ ਮੇਰੇ ਜਾਣ ਦਾ ਵੇਲਾ ਹੋ ਗਿਆ। ਇੰਨੀ ਗੱਲ ਕਹਿ ਕੇ ਉਹ ਸੰਤ ਭੱਦਰਸ਼ੀਲ ਜੀ ਉਸ ਚੰਦਨ ਨਗਰ ਤੋਂ ਆਪਣੀ ਕੁਟੀਆ ਵੱਲੋਂ ਉਹਨਾਂ ਨੇ ਚਾਲੇ ਪਾ ਦਿੱਤੇ। ਰਾਜੇ ਨੇ ਅਗਲੇ ਦਿਨ ਮਾਲੀ ਦਿਆਲ ਨੂੰ ਬੁਲਾਇਆ, ਇੱਕ ਪੱਤਰ ਉਸਦੇ ਹੱਥ 'ਚ ਥਮਾ ਦਿੱਤਾ। ਪੱਤਰ ਉਸ ਮਾਲੀ ਦੇ ਹੱਥ ਵਿੱਚ ਦੇ ਕੇ ਰਾਜਾ ਚੰਦਨ ਸਿੰਘ ਕਹਿਣ ਲੱਗੇ ਕਿ ਭਾਈ ਤੈਨੂੰ 100 ਕੋਹ ਦੀ ਦੂਰੀ ਤੇ ਬਾਲੀਪੁਰ ਰਾਜ ਵਿੱਚ ਮੇਰੇ ਪਰਮ ਮਿੱਤਰ ਭਾਨੂ ਪ੍ਰਤਾਪ ਦੇ ਕੋਲ ਜਾਣਾ ਪਵੇਗਾ। ਉਹਨੂੰ ਜਾ ਕੇ ਆਹ ਪੱਤਰ ਦੇ ਦੇ, ਤੇ ਜੇ ਉਸਨੇ 2-4 ਦਿਨ ਰੱਖਿਆ ਤਾਂ ਰਹਿ ਵੀ ਜਾਏ। ਤੇ ਕੁਝ ਪੈਸੇ ਉਸਨੂੰ ਦੇ ਦਿੱਤੇ ਤੇ ਇੰਨਾ ਕਹਿ ਕੇ ਉਹਨੂੰ ਤੋਰ ਦਿੱਤਾ। ਹੁਣ ਇਹ ਸੁਣ ਕੇ ਮਾਲੀ ਦਿਆਲ ਦਾ ਚਿਹਰਾ ਲਟਕ ਗਿਆ। ਉਹ ਪੱਤਰ ਲੈ ਕੇ ਆਪਦੀ ਕੁਟੀਆ ਵਿੱਚ ਆ ਗਿਆ ਤੇ ਸੋਚਣ ਲੱਗਾ ਕਿ ਇੱਥੇ ਤਾਂ ਮੈਂ ਮਾੜਾ ਮੋਟਾ ਖੇਤਾਂ ਦੀ ਦੇਖਭਾਲ ਕਰਕੇ ਉਦੋਂ ਬਾਅਦ ਸਾਰਾ ਦਿਨ ਆਰਾਮ ਕਰਦਾ। ਹੁਣ ਗਰਮੀ ਦੇ ਦਿਨ ਨੇ, ਗਰਮੀ ਵੀ ਇੰਨੀ ਹੈ, ਯਾਤਰਾ ਕਰਨੀ ਕਿਹੜਾ ਸੌਖੀ ਹੈ ਇਹਨਾਂ ਦਿਨਾਂ ਦੇ ਵਿੱਚ, ਪਰ ਹੁਣ ਕਰ ਕੀ ਸਕਦਾ ਸੀ, ਰਾਜੇ ਦੀ ਆਗਿਆ ਸੀ। ਅਗਲੇ ਦਿਨ ਸਵੇਰੇ ਉਹ ਚੰਦਨ ਨਗਰ ਤੋਂ ਪੱਤਰ ਲੈ ਕੇ ਤੁਰ ਪਿਆ।
ਹਜੇ 2-3 ਪਿੰਡ ਹੀ ਉਹ ਪਾਰ ਕੀਤੇ ਉਸਨੇ ਬਹੁਤ ਬੁਰੀ ਤਰ੍ਹਾਂ ਥੱਕ ਗਿਆ। ਧੁੱਪ ਚੜ੍ਹਨ ਲੱਗੀ। ਨਾਲ ਉਸਨੇ ਖਾਣ ਪੀਣ ਦਾ ਕੁਝ ਸਮਾਨ ਰੱਖਿਆ ਹੋਇਆ ਸੀ। ਉਹ ਖਾਣ ਦੇ ਲਈ ਇੱਕ ਦਰਖਤ ਦੇ ਥੱਲੇ ਬੈਠ ਗਿਆ। ਉਸਦਾ ਚਿਹਰਾ ਉਤਰਿਆ ਹੋਇਆ ਸੀ, ਪਰ ਭੁੱਖ ਤਾਂ ਉਹਨੂੰ ਲੱਗੀ ਹੋਈ ਸੀ। ਉਹ ਹੌਲੀ ਹੌਲੀ ਖਾ ਰਿਹਾ, ਨਾਲ ਉਸਦਾ ਮੂੰਹ ਬਣਿਆ ਹੋਇਆ। ਤੇ ਉਧਰੋਂ ਹੀ ਤੁਰਦਾ ਫਿਰਦਾ ਉਹਦਾ ਮਿੱਤਰ ਟੀਕਮ ਆ ਗਿਆ। ਟੀਕਮ ਨੇ ਉਸਨੂੰ ਪੁੱਛਿਆ ਕਿ ਭਾਈ ਕਿੱਧਰ ਚੱਲੇ ਆ? ਤਾਂ ਉਸਨੇ ਸਾਰੀ ਗੱਲਬਾਤ ਦੱਸੀ ਤੇ ਨਾਲ ਹੀ ਕਹਿਣ ਲੱਗਾ ਕਿ ਯਾਰ ਮੈਂ ਦੁਖੀ ਬਹੁਤ ਆ, ਮੈਂ ਜਾਣਾ ਨਹੀਂ ਚਾਹੁੰਦਾ। ਉੱਥੇ ਤਾਂ ਮੈਂ 2-4 ਕੰਮ ਕਰਕੇ ਖੇਤਾਂ 'ਚ ਆਰਾਮ ਕਰ ਲੈਣਾ ਹੁੰਦਾ, ਹੁਣ ਮੈਨੂੰ ਇੰਨਾ ਸਫ਼ਰ ਕਰਨਾ ਪਵੇਗਾ। ਸਾਰੀ ਪਰੇਸ਼ਾਨੀ ਉਸਨੂੰ ਦੱਸੀ ਤੇ ਟੀਕਮ ਕਹਿਣ ਲੱਗਾ ਕਿ ਭਾਈ ਜੇ ਤਾਂ ਮੈਂ ਹੁੰਦਾ ਮੈਂ ਤਾਂ ਖੁਸ਼ੀ ਖੁਸ਼ੀ ਜਾਣਾ ਸੀ। ਤੂੰ ਰਾਜੇ ਦਾ ਦੂਤ ਬਣ ਕੇ ਜਾ ਰਿਹਾ ਤੇ ਅਗਲੇ ਰਾਜੇ ਨੇ ਤੇਰੀ ਖੂਬ ਆਓ ਭਗਤ ਕਰਨੀ ਸੀ, ਖੂਬ ਤੇਰੀ ਸੇਵਾ ਕਰਨੀ ਸੀ। ਤੇਰੀ ਜਗ੍ਹਾ ਮੈਂ ਹੁੰਦਾ ਤੇ ਮੈਂ ਤਾਂ ਨੱਚਦਾ ਜਾਂਦਾ। ਇਹ ਗੱਲ ਸੁਣ ਕੇ ਦਿਆਲ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਉਹ ਕਹਿੰਦਾ ਤੂੰ ਮੇਰਾ ਭਰਾ ਬਣ ਕੇ ਇੱਕ ਕੰਮ ਕਰ, ਆ ਚੱਕ ਪੱਤਰ, ਤੂੰ ਜਾ ਕੇ ਇਹ ਕੰਮ ਕਰਿਆ, ਮੈਂ ਉਦੋਂ ਤੱਕ ਆਰਾਮ ਕਰਦਾ। ਟੀਕਮ ਨੇ ਖੁਸ਼ੀ ਖੁਸ਼ੀ ਪੱਤਰ ਲਿਆ ਤੇ ਚਲਾ ਗਿਆ। ਉਹ 3 ਦਿਨਾਂ ਦੇ ਵਿੱਚ ਬਾਲੀ ਨਗਰ ਪਹੁੰਚ ਗਿਆ। ਉੱਥੋਂ ਦਾ ਰਾਜਾ ਭਾਨੂ ਪ੍ਰਤਾਪ ਸੀ। ਟੀਕਮ ਨੇ ਆਸਾਨੀ ਨਾਲ ਉੱਥੇ ਦਿਨ ਕੱਟੇ। ਉਸਦੀ ਬਹੁਤ ਆਓ ਭਗਤ ਹੋਈ। ਹੁਣ ਉਹ ਜਿਹੜਾ ਪੱਤਰ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜਾ ਮੈਂ ਬੰਦਾ ਤੁਹਾਡੇ ਦਰਬਾਰ ਭੇਜਿਆ ਹੈ ਇਹ ਮੇਰਾ ਵਫਾਦਾਰ ਹੈ, ਇਹ ਮੇਰਾ ਖਾਸ ਹੈ। ਇਸ ਨੂੰ ਇੱਥੇ 500 ਏਕੜ ਜ਼ਮੀਨ ਦੇ ਦਿਓ ਤੇ ਜੇ ਤੁਸੀਂ ਚਾਹੋ ਤੇ ਆਪਦੀ ਪੁੱਤਰੀ ਦਾ ਵਿਆਹ ਵੀ ਇਹਦੇ ਨਾਲ ਕਰ ਸਕਦੇ ਹੋ, ਕਿਉਂਕਿ ਇਹ ਮੇਰੇ ਪੁੱਤਰਾਂ ਵਰਗਾ ਹੈ। ਮੈਂ ਵੀ ਜਦੋਂ ਇਹ ਵਾਪਸ ਮੇਰੇ ਨਗਰ ਆਏ ਤਾਂ 5 ਪਿੰਡ ਇਹਨੂੰ ਇਨਾਮ ਵਜੋਂ ਇਸ ਦੇ ਨਾਮ ਲਗਾ ਦੇਣੇ ਆ। ਰਾਜੇ ਭਾਨੂ ਪ੍ਰਤਾਪ ਨੂੰ ਲੱਗਿਆ ਕਿ ਸੱਚ ਵਿੱਚ ਇਹ ਇੱਕ ਯੋਗ ਆਦਮੀ ਹੈ। ਉਸਨੇ ਆਪਣੀ ਪੁੱਤਰੀ ਤੇ ਪਤਨੀ ਦੇ ਨਾਲ ਸਲਾਹ ਕੀਤੀ ਤੇ ਉਹ ਵੀ ਰਾਜੀ ਹੋ ਗਈਆਂ। ਪੁੱਤਰੀ ਦਾ ਵਿਆਹ ਉਸ ਟੀਕਮ ਦੇ ਨਾਲ ਕਰ ਦਿੱਤਾ ਗਿਆ। ਉਹਨੂੰ ਹੀਰੇ ਜਵਾਹਰਾਤ ਦੇ ਢੇਰ ਦਿੱਤੇ ਗਏ। ਉਸਨੂੰ 500 ਏਕੜ ਜ਼ਮੀਨ ਦਿੱਤੀ ਗਈ। ਉਧਰ ਆਲਸੀ ਦਿਆਲ ਥੱਕਿਆ ਹਾਰਿਆ ਆਪਣੀ ਕੁਟੀਆ ਦੇ ਵਿੱਚ ਜਾ ਕੇ ਸੌਂ ਗਿਆ। ਕਈ ਦਿਨ ਤਾਂ ਉਹ ਸੌਂਦਾ ਰਿਹਾ। ਫਿਰ ਰਾਜੇ ਨੇ ਜਦੋਂ ਦੇਖਿਆ ਕਿ ਇਹ ਤਾਂ ਪਾਣੀ ਦਿੰਦਾ ਪਿਆ, ਮੈਂ ਇਹਨੂੰ ਕਿਸੇ ਹੋਰ ਕੰਮ ਭੇਜਿਆ ਸੀ, ਉਹ ਉਸ ਤੇ ਨਾਰਾਜ਼ ਹੋਇਆ। ਪੱਤਰ ਵਾਲੀ ਗੱਲ ਪੁੱਛੀ ਤਾਂ ਉਸਨੇ ਦੱਸਿਆ ਕਿ ਮੈਂ ਤਾਂ ਹੋਰ ਬੰਦੇ ਨੂੰ ਭੇਜ ਦਿੱਤਾ। ਰਾਜੇ ਨੇ ਫਿਰ ਵੀ ਗੁੱਸਾ ਨਹੀਂ ਕੀਤਾ। ਰਾਜਾ ਕ੍ਰੋਧ ਉਸਨੂੰ ਬਹੁਤ ਆਇਆ, ਪਰ ਦਰਬਾਰ ਜਾ ਕੇ ਬੈਠ ਗਿਆ। ਹੁਣ ਅਗਲੇ ਦਿਨ ਰਾਜੇ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਮਾਲੀ ਦਿਆਲ ਬਾਗ ਵਿੱਚੋਂ ਕੁਝ ਮਤੀਰੇ ਲੈ ਗਿਆ। ਮਤੀਰੇ ਜਾ ਕੇ ਉਸਨੇ ਰਾਜੇ ਨੂੰ ਦਿੱਤੇ ਤੇ ਦੱਸਿਆ ਕਿ ਬਹੁਤ ਚੰਗੀ ਫਸਲ ਹੋਈ ਹੈ, ਤੁਸੀਂ ਖਾ ਲਓ। ਰਾਜੇ ਨੇ ਫਿਰ ਆਪਣੇ ਵਜ਼ੀਰ ਨੂੰ ਬੁਲਾਇਆ। ਉਸਨੂੰ ਕਿਹਾ ਕਿ ਇੱਕ ਮਤੀਰੇ ਨੂੰ ਅੰਦਰੋਂ ਖਾਲੀ ਕਰਕੇ ਇਹਦੇ ਵਿੱਚ ਹੀਰੇ ਜਵਾਹਰਾਤ ਭਰ ਕੇ ਇਹਦੇ ਹੱਥ ਦੇ ਦਿਓ ਤੇ ਕਹੋ ਕਿ ਇਹ ਇਨਾਮ ਹੈ। ਇਸੇ ਤਰ੍ਹਾਂ ਕੀਤਾ ਗਿਆ। ਇੱਕ ਮਤੀਰੇ ਨੂੰ ਖਾਲੀ ਕਰਕੇ ਉਸ ਦੇ ਅੰਦਰ ਹੀਰੇ ਜਵਾਹਰਾਤ ਭਰ ਦਿੱਤੇ। ਉਸਨੂੰ ਦੁਬਾਰਾ ਉਸੇ ਤਰ੍ਹਾਂ ਚਿਪਕਾ ਦਿੱਤਾ ਗਿਆ ਤੇ ਉਸਦੇ ਹੱਥ ਫੜਾ ਦਿੱਤੇ। ਹੁਣ ਉਹ ਲੈ ਕੇ ਵਾਪਸ ਬਾਗਾਂ ਵੱਲ ਨੂੰ ਤੁਰਿਆ ਆਉਂਦਾ ਤੇ ਫਿਰ ਉਸਦਾ ਚਿਹਰਾ ਲਟਕ ਗਿਆ ਕਿ ਮੈਂ ਇੰਨੀ ਮਿਹਨਤ ਨਾਲ ਕੋਈ ਉਹਨੂੰ ਚੀਜ਼ ਲੈ ਕੇ ਗਿਆ ਤੇ ਮੈਨੂੰ ਕੋਈ ਚੰਗਾ ਇਨਾਮ ਦਿੰਦਾ, ਇਹ ਕੀ ਕੀਤਾ ਵੀ ਇੱਕ ਮਤੀਰਾ ਵਾਪਸ ਕਰ ਦਿੱਤਾ। ਮਤੀਰਿਆਂ ਦੀ ਮੈਨੂੰ ਕਮੀ ਥੋੜਾ ਸੀ। ਇਹ ਗੱਲ ਰਸਤੇ ਵਿੱਚ ਆਉਂਦੇ ਹੋਏ ਉਸਦੇ ਦੋਸਤ ਲੋਟਨ ਨੇ ਦੇਖੀ, ਜੋ ਰਾਜ ਦਰਬਾਰ ਦੇ ਵਿੱਚ ਹੀ ਕਾਮਾ ਸੀ। ਉਹ ਕਹਿੰਦਾ ਕੀ ਗੱਲ ਹੈ? ਉਸਨੇ ਸਾਰੀ ਗੱਲਬਾਤ ਦੱਸੀ ਕਿ ਆਹ ਕਹਾਣੀ ਮੇਰੇ ਨਾਲ ਵਾਪਰੀ। ਉਹ ਕਹਿੰਦਾ ਭਾਈ ਤੂੰ ਗੁੱਸਾ ਨਾ ਕਰ, ਇਹ ਮਤੀਰਾ ਮੈਨੂੰ ਦੇ ਦੇ, ਮੇਰੇ ਬੱਚਿਆਂ ਨੇ ਖੁਸ਼ ਹੋ ਜਾਣਾ ਸੀ। ਮੈਂ ਤਾਂ ਬਹੁਤ ਖੁਸ਼ ਹਾਂ ਕਿ ਰਾਜੇ ਨੇ ਤੈਨੂੰ ਮਤੀਰਾ ਵਾਪਸ ਕੀਤਾ। ਤੈਨੂੰ ਖਰੇ ਕਿਉਂ ਨਹੀਂ ਖੁਸ਼ੀ ਆਉਂਦੀ? ਉਹ ਕਹਿੰਦਾ ਚੱਲ ਠੀਕ ਆ, ਮਤੀਰਾ ਤੂੰ ਲੈ ਜਾ। ਮਤੀਰਾ ਉਹਨੂੰ ਦੇ ਦਿੱਤਾ ਤੇ ਅਗਲੇ ਦਿਨ ਉਸਨੇ ਦੇਖਿਆ ਕਿ ਉਸਨੇ ਮਹਿੰਗੀ ਪੋਸ਼ਾਕ ਪਾਈ ਹੋਈ ਸੀ। ਉਸਨੇ ਪੁੱਛਿਆ ਕਿ ਤੇਰੇ ਕੋਲ ਇੰਨੇ ਪੈਸੇ ਕਿਵੇਂ ਆ ਗਏ? ਤਾਂ ਫਿਰ ਉਸ ਕਾਮੇ ਲੋਟਨ ਨੇ ਦਿਆਲ ਮਾਲੀ ਨੂੰ ਦੱਸਿਆ ਕਿ ਇਸ ਤਰ੍ਹਾਂ ਮਤੀਰੇ ਦੇ ਵਿੱਚ ਆਹ ਕੁਛ ਸੀ। ਹੁਣ ਜਦੋਂ ਦੁਬਾਰਾ ਰਾਜੇ ਨੇ ਉਸਨੂੰ ਪੁੱਛਿਆ ਕਿ ਤੂੰ ਭਾਈ ਚੰਗੇ ਕੱਪੜੇ ਨਹੀਂ ਪਾਏ, ਮੈਂ ਤੈਨੂੰ ਕੱਲ ਇਨਾਮ ਦਿੱਤਾ ਸੀ, ਤਾਂ ਫਿਰ ਉਸਨੇ ਸਾਰੀ ਕਹਾਣੀ ਦੱਸੀ ਕਿ ਆਹ ਮੇਰੇ ਨਾਲ ਵਾਪਰਿਆ। ਹੁਣ ਰਾਜੇ ਨੂੰ ਸਮਝ ਆ ਗਈ ਕਿ ਉਸ ਇਨਸਾਨ ਦਾ ਕੁਝ ਨਹੀਂ ਹੋ ਸਕਦਾ ਜਿਹੜਾ ਮਿਹਨਤ ਨਹੀਂ ਕਰਦਾ। ਜਿਹੜਾ ਐਡਾ ਵੱਡਾ ਆਲਸੀ ਹੈ ਉਸਦੀ ਕਿਸਮਤ ਕਿਵੇਂ ਬਦਲ ਜਾਵੇਗੀ। ਉਸਨੇ ਦੁਬਾਰਾ ਉਸ ਪੰਡਤ ਨੂੰ, ਉਸ ਸੰਤ ਨੂੰ, ਫਕੀਰ ਨੂੰ ਸੱਦਿਆ ਜਿਸ ਦਾ ਨਾਮ ਪਦਰਸ਼ੀਲ ਸੀ। ਉਸ ਤੋਂ ਮਾਫੀ ਮੰਗੀ ਅਤੇ ਨਾਲ ਦੀ ਨਾਲ ਪੁੱਛਿਆ ਕਿ ਜੇ ਫਿਰ ਕਿਸੇ ਇਨਸਾਨ ਦੀ ਕਿਸਮਤ ਪਲਟਣੀ ਹੋਵੇ, ਜੇ ਕੋਈ ਇਨਸਾਨ ਸੱਚ ਵਿੱਚ ਚਾਹੁੰਦਾ ਹੈ ਕਿ ਮੇਰੇ ਵਿੱਚ ਤਬਦੀਲੀ ਆ ਜਾਵੇ ਤਾਂ ਉਹ ਕੀ ਕਰੇ? ਤਾਂ ਅੱਗੋਂ ਪਦਰਸ਼ੀਲ ਹੋਰਾਂ ਨੇ ਉਸਨੂੰ ਉੱਤਰ ਦਿੱਤਾ ਕਿ ਪਹਿਲਾਂ ਤਾਂ ਉਹ ਪਰਮਾਤਮਾ ਦਾ ਓਟ ਆਸਰਾ ਤੱਕੇ ਤੇ ਦੂਜਾ ਖੁਦ ਮਿਹਨਤ ਕਰਨੀ ਸਿੱਖੇ, ਖੁਦ ਹੱਥ ਹਿਲਾਉਣਾ ਸਿੱਖੇ। ਜੇ ਸਿਰਫ ਨਿਰਾ ਪੂਰਾ ਇਹੀ ਆਖੇਗਾ ਨਾ ਕਿ ਮੈਨੂੰ ਕੋਈ ਫਲਾਣਾ ਬੰਦਾ ਆ ਕੇ ਮੇਰੀ ਕਿਸਮਤ ਜਗਾ ਦੇਵੇਗਾ, ਫਲਾਣਾ ਮੈਨੂੰ ਪੈਸੇ ਦੇ ਦੇਵੇਗਾ ਤੇ ਮੇਰੀ ਜ਼ਿੰਦਗੀ ਬਦਲ ਦੇਵੇਗੀ, ਤੇ ਫਿਰ ਉਹ ਕਿਸੇ ਬਹੁਤ ਵੱਡੀ ਬੇਈਮਾਨੀ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ। ਜ਼ਿੰਦਗੀ ਬਦਲਣੀ ਹੈ ਤੇ ਇਨਸਾਨ ਨੇ ਆਪਦੀ ਮਿਹਨਤ ਸਦਕਾ ਖੁਦ ਬਦਲਣੀ ਹੈ। ਕੋਈ ਦੂਜਾ, ਕੋਈ ਤੀਜਾ, ਕੋਈ ਅਮੀਰ, ਕੋਈ ਰਾਜਾ, ਕੋਈ ਮੰਤਰੀ ਨਹੀਂ ਕਿਸੇ ਦੀ ਜ਼ਿੰਦਗੀ ਬਦਲ ਸਕਦਾ। ਜ਼ਿੰਦਗੀ ਬਦਲੇਗੀ ਸਾਡੀ ਖੁਦ ਦੀ ਮਿਹਨਤ ਦੇ ਨਾਲ ਬਦਲੇਗੀ, ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਜ਼ਿੰਦਗੀ ਬਦਲੇਗੀ। ਸੋ ਆਪਾਂ ਨੂੰ ਇਸ ਕਹਾਣੀ ਵਿੱਚੋਂ ਇਹੀ ਸਿੱਖਿਆ ਲੈਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।